एको नाम निधान पंडित, सुन सिख सच सोई। दूजै भाए जेता पढ़े, पढ़त गुणत सदा दुख होई। हर चरणी तू लाग रहो, गुर शब्द सोझी होई। हर रस रसना चाख तू, तां मन निर्मल होई। रहाओ सतगुर मिले मन संतोखीऐ, तां फिर तृष्णा भूख न होए। नाम निधान पाया, पर घर जाए न कोय। कथनी बदनी जे करे, मन मुख बूझ न होए। गुरमति घट चानना, हर नाम पावै सोए। सुन शास्त्र तू न बुझेहि, तां फिरैं बारो बार। सो मूर्ख जो आप न पछाणी, सच न धरे प्यार। सच्चै जगत डैकाया, कहना कछु न जाए। नानक जो तिस पावै सो करे, ज्यों तिसकी रजाए। वाहिगुरु जी का खालसा, वाहिगुरु जी की फतेह। धन धन गुरु अमरदास सच्चे पातशाह जी ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਇਹ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਇਸ ਦੇ ਆਰੰਭ ਵਿੱਚ ਗੂਜਰੀ ਮਹਿਲਾ ਤੀਜਾ ਨਾਲ ਤੀਜਾ ਅੱਖਰਾਂ ਵਿੱਚ ਵੀ ਲਿਖਿਆ। ਇਹਦੇ ਤੋਂ ਸੇਧ ਮਿਲਦੀ ਹੈ ਕਿ ਇਸ ਨੂੰ ਤ੍ਰੈ ਨਹੀਂ ਕਹਿਣਾ, ਤਿੰਨ ਨਹੀਂ ਕਹਿਣਾ, ਤੀਜਾ ਕਹਿਣਾ। ਇਸ ਤਰ੍ਹਾਂ ਦੀ ਸੇਧ ਕਿਧਰੇ ਕਿਧਰੇ ਮਹਾਰਾਜ ਨੇ ਚੌਥਾ ਪੰਜਵਾਂ ਲਿਖ ਕੇ ਵੀ ਕੀਤੀ ਹੈ। ਤੋ ਇਸ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਇਹਦਾ ਉਚਾਰਨ ਗੂਜਰੀ ਮਹਿਲਾ ਤੀਜਾ। ਕਈ ਸੰਪਰਦਾਵਾਂ ਕਹਿੰਦੀਆਂ ਨਹੀਂ ਤੀਜਾ ਤੀਜਾ ਦੋ ਵਾਰੀ ਨਹੀਂ, ਇਹ ਪੜ੍ਹਨਾ ਇੱਕੋ ਵਾਰੀ ਹੈ, ਪਰ ਇਸ ਦਾ ਉਚਾਰਨ ਤਿੰਨ ਜਾਂ ਤ੍ਰੈ ਨਹੀਂ ਕਰਨਾ, ਤੀਜਾ ਕਰ। ਹੁਣ ਆਓ ਸ਼ਬਦ ਦੀ ਵਿਚਾਰ ਨਾਲ ਜੁੜੀ। ਐਸਾ ਪ੍ਰਤੀਤ ਹੁੰਦਾ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਪਾਸ ਕੋਈ ਪੰਡਿਤ, ਕੋਈ ਵਿਦਵਾਨ ਆਇਆ ਜਿਹੜਾ ਬਹੁਤ ਸਿਮਰਤੀਆਂ, ਸ਼ਾਸਤਰਾਂ, ਪੁਰਾਣਾਂ ਦੀ ਸਟੱਡੀ ਕਰਨ ਵਾਲਾ। ਬੰਦੇ ਦਾ ਸੁਭਾਵ ਹੈ ਇਹ ਜਿਸ ਮਾਰਗ ਤੇ ਆਪ ਚੱਲਦਾ ਫਿਰ ਦੂਜਿਆਂ ਨੂੰ ਵੀ ਪ੍ਰੇਰਨਾ। ਤੋ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਉਹਨਾਂ ਦੇ ਦਰਸ਼ਨ ਕਰਨ ਲਈ ਕਈ ਪੰਡਤ, ਕਈ ਜੋਗੀ, ਕਈ ਭੇਖਾਂ ਦੇ ਲੋਕ ਆਉਂਦੇ ਸਨ, ਪਰ ਮਹਾਰਾਜ ਉਹਨਾਂ ਸਾਰਿਆਂ ਨੂੰ ਇੱਕੋ ਹੀ ਸਿੱਖਿਆ ਦਿੰਦੇ ਸਨ। ਇਹ ਸ਼ਬਦ ਵਿੱਚ ਕਿਉਂਕਿ ਪੰਡਿਤ ਅੱਖਰ ਕਈ ਵਾਰੀ ਆਏ ਔਰ ਇਹ ਪੰਡਿਤ ਤਤਾ ਮੁਕਤਾ ਹੋਣ ਕਰਕੇ ਸੰਬੋਧਨ ਹੈ। ਇਹ ਠੀਕ ਹੈ ਕਿ ਜੇ ਪੰਡਿਤ ਦੇ ਤੱਤੇ ਨੂੰ ਔਂਕੜ ਹੋਵੇ ਤੇ ਇੱਕ ਵਚਨ ਨਾਉਨ ਪੁਲਿੰਗ ਹੈ। ਜਿਵੇਂ ਸੁਖਮਨੀ ਸਾਹਿਬ ਚ ਆਉਂਦਾ ਹੈ ਸੋ ਪੰਡਿਤ ਜੋ ਮਨ ਪ੍ਰਬੋਧ, ਉੱਥੇ ਪੰਡਿਤ ਦੇ ਤੱਤੇ ਨੂੰ ਔਂਕੜ ਹੈ। ਜਿੱਥੇ ਪੰਡਿਤ ਦਾ ਤੱਤਾ ਮੁਕਤਾ ਹੋਵੇ ਬਹੁਤੀ ਵਾਰੀ ਉਹ ਪੰਡਿਤ ਬਹੁ ਵਚਨ ਵੀ ਹੁੰਦਾ। ਜਿਵੇਂ ਕੇਸੋ ਗੋਪਾਲ ਪੰਡਿਤ ਸੱਦਿਓ, ਉੱਥੇ ਪੰਡਿਤ ਦਾ ਤੱਤਾ ਮੁਕਤਾ ਹੈ, ਪਰ ਇੱਥੇ ਪੰਡਿਤ ਦਾ ਤੱਤਾ ਮੁਕਤਾ ਦਾ ਮਤਲਬ ਹੈ ਸੰਬੋਧਨ। ਤੋ ਉਸ ਪੰਡਿਤ ਨੂੰ, ਉਸ ਵਿਦਵਾਨ ਨੂੰ ਮਹਾਰਾਜ ਉਪਦੇਸ਼ ਕਰਦੇ ਨੇ, ਹਰ ਚਰਨੀ ਤੂੰ ਲਾਗ ਰਹੋ। ਹੇ ਭਾਈ, ਜੇ ਤੂੰ ਆਪਣੀ ਆਤਮਿਕ ਕਲਿਆਣਤਾ ਚਾਹੁੰਦਾ ਹੈ, ਜੇ ਤੂੰ ਭਟਕਣਾ ਤੋਂ ਰਹਿਤ ਜੀਵਨ ਜਿਉਣਾ ਚਾਹੁੰਦਾ ਹੈ,
ਤਾਂ ਫਿਰ ਅਸੀਂ ਤੈਨੂੰ ਇੱਕ ਮੱਤ ਦਿੰਦੇ, ਹਰ ਚਰਨੀ ਤੂੰ ਲਾਗ ਰਹੋ। ਇਹ ਵੱਖ-ਵੱਖ ਸਿਮਰਤੀਆਂ, ਸ਼ਾਸਤਰਾਂ, ਪੁਰਾਣਾਂ ਦੇ ਵਿਚਾਰਾਂ ਨੂੰ ਛੱਡ ਕੇ ਇੱਕ ਹਰੀ ਦੇ ਚਰਨਾਂ ਨਾਲ ਲੱਗਿਆ ਰਹੋ। ਗੁਰ ਸ਼ਬਦ ਸੋਝੀ ਹੋਈ, ਤੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ, ਗੁਰੂ ਸ਼ਬਦ ਦੀ ਕਮਾਈ ਕਰਕੇ, ਗੁਰੂ ਸ਼ਬਦ ਦੇ ਦੱਸੇ ਹੋਏ ਰਾਹ ਤੇ ਚੱਲ ਕੇ ਤੈਨੂੰ ਉਹ ਸੋਝੀ ਪ੍ਰਾਪਤ ਹੋਵੇ। ਤੇ ਗੁਰੂ ਸ਼ਬਦ ਨਾਲ ਜੁੜਨ ਦਾ ਤਰੀਕਾ ਇਹ ਹੈ, ਹਰ ਰਸ ਰਸਨਾ ਚਾਖ ਤੂੰ, ਤਾਂ ਮਨ ਨਿਰਮਲ ਹੋਈ। ਹਰੀ ਦੇ ਰਸ ਨੂੰ ਰਸਨਾ ਚਾਖ ਤੂੰ, ਆਪਣੀ ਜੀਭਾ ਦੇ ਨਾਲ ਚਖਣਾ ਕਰ। ਇਹਦੇ ਵਿੱਚ ਕੋਈ ਦੂਜੀ ਰਾਏ ਨਹੀਂ। ਜੇ ਅਸੀਂ ਵਾਹਿਗੁਰੂ ਵਾਹਿਗੁਰੂ ਕਹਿਣਾ ਤਾਂ ਵੀ ਰਸਨਾ ਨਾਲ, ਜੇ ਰਾਮ ਰਾਮ ਕਹਿਣਾ ਤਾਂ ਵੀ ਰਸਨਾ ਨਾਲ, ਜੇ ਗੋਬਿੰਦ ਗੋਪਾਲ ਕਹਿਣਾ। ਗੱਲ ਤਾਂ ਇਹ ਹੈ ਕਿ ਰਸਨਾ ਦੁਆਰਾ ਹੀ ਉਸ ਦਾ ਜਾਪ ਕੀਤਾ ਜਾਏਗਾ। ਹਰ ਰਸ ਰਸਨਾ ਚਾਖ ਤੂੰ, ਤਾਂ ਮਨ ਨਿਰਮਲ ਹੋਈ। ਬਸ ਜਿਉਂ ਜਿਉਂ ਤੂੰ ਚਖੇਂਗਾ, ਜਿਉਂ ਤੂੰ ਇਸ ਰਸ ਨਾਲ ਜੁੜੇਗਾ, ਫਿਰ ਤਦੋਂ ਤੇਰਾ ਮਨ ਨਿਰਮਲ ਹੋ ਜਾਏ। ਬਾਣੀ ਵਿੱਚ ਬੇਜੰਤ ਜਗ੍ਹਾ ਗਿਆ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ में रहा न हूँ, जब आपा पर का मिट गया, जत देखा तत तू। हर रस रसना चाख तू, हर रस का तू चाखें साध, ਚਾਖਤ ਹੋਏ ਰਹੇ ਬਿਸਮਾਦ। ਤੋ ਰਸਨਾ ਨੂੰ ਹਰੀ ਦੇ ਨਾਮ ਰਸ ਵਿੱਚ ਜੋੜਨਾ ਬਹੁਤ ਜ਼ਰੂਰੀ। ਜਿਤਨਾ ਸਮਾਂ ਅਸੀਂ ਰਸਨਾ ਦੇ ਨਾਲ ਹੋਰ ਤਰ੍ਹਾਂ ਤਰ੍ਹਾਂ ਦੇ ਰਸ ਖਾਂਦੇ ਹਾਂ, ਪੁੰਚਦੇ ਹਾਂ, ਧੰਨ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਫਰਮਾਇਆ, ਇਹ ਰਸਨਾ ਤੂੰ ਅਨ ਰਸ ਰਾਚ ਰਹੀ, तेरी प्यास न जाए, प्यास न जाए होरत कितै, जिचर हर रस पल्लै न पाए। हर रस पाए पल्लै पिए हर रस, बहु न तृष्णा लागै आए। ए हर रस करमी पाइयै, सतगुर मिलै जिस आए। ਕਹਿ ਨਾਨਕ ਹੋਰ ਅਨੜਾ ਸਭ ਵਿਸਰੇ, ਜਾਂ ਹਰ ਵਸੈ ਮਨ ਆਏ। ਇਸੇ ਲਈ ਭਗਤ ਕਬੀਰ ਜੀ ਨੇ ਵੀ ਕਿਹਾ, ਕਿਆ ਪੜੀਐ ਕਿਆ ਗੁਣੀਐ, ਕਿਆ ਭੇਦ ਪੁਰਾਨਾ ਸੁਣੀਐ। ਪੜੇ ਸੁਨੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ। ਹਰ ਕਾ ਨਾਮ ਨ ਜਪਿ ਗਵਾਰਾ, ਕਿਆ ਸੋਚੈ ਬਾਰੰਬਾਰਾ। ਤੋ ਇਹ ਸ਼ਬਦ ਦੀ ਰਹਾਉ ਦੀ ਪੰਕਤੀ ਹੈ। ਜਿੱਥੇ ਇੱਕ ਪੰਡਤ ਨੂੰ ਉਪਦੇਸ਼ ਕੀਤਾ ਜਾ ਰਿਹਾ, ਉੱਥੇ ਸਾਨੂੰ ਸਾਰਿਆਂ ਨੂੰ ਇਹ ਉਪਦੇਸ਼, ਹਰ ਚਰਨੀ ਤੂੰ ਲਾਗ ਰਹੋ, ਗੁਰ ਸ਼ਬਦ ਸੋਝੀ ਹੋਈ। ਹਰ ਰਸ ਰਸਨਾ ਚਾਖ ਤੂੰ, ਤਾਂ ਮਨ ਨਿਰਮਲ ਹੋਈ। ਰਹਾਉ। ਹੁਣ ਪਹਿਲੀ ਪੰਕਤੀ ਵਿੱਚ ਪਾਤਸ਼ਾਹ ਕਹਿੰਦੇ, ਏਕੋ ਨਾਮ ਨਿਧਾਨ ਪੰਡਿਤ। ਹੇ ਪੰਡਿਤ, ਇੱਕ ਪਰਮਾਤਮਾ ਦਾ ਨਾਮ ਹੀ ਨਿਧਾਨ ਖਜ਼ਾਨਾ ਹੈ, ਜਿਹਦੇ ਵਿੱਚੋਂ ਸਾਰੀਆਂ ਬਰਕਤਾਂ ਪ੍ਰਾਪਤ ਹੁੰਦੀਆਂ ਨੇ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਏਕੋ ਨਾਮ ਨਿਧਾਨ ਪੰਡਿਤ, ਸੁਣ ਸਿੱਖ ਸੱਚ ਸੋਈ। ਸੁਣ ਦੇ ਨਾਣੇ ਨੂੰ ਸਿਆਰੀ, ਸੁਣਨਾ ਕਰ। ਭਾਵ ਸੰਗਤ ਵਿੱਚ ਬੈਠ ਕੇ ਸੁਣ, ਤੇ ਸਿੱਖ ਦਾ ਮਤਲਬ ਹੈ ਸਿੱਖਣਾ ਕਰ। ਕਿਉਂਕਿ ਜੇ ਤੇ ਸਿੱਖ ਖੱਖਾ ਮੁਕਤਾ ਹੋਵੇ ਤੇ ਸਿੱਖਿਆ, ਇਹ ਹੈ ਸਿੱਖਣਾ ਕਰ। ਸੁਣ ਕੇ ਸਿੱਖਣਾ ਕਰ ਉਸ ਸੱਚ ਨੂੰ, ਕਿ ਸੱਚ ਨੂੰ ਕਿਸ ਤਰ੍ਹਾਂ ਕਮਾਉਣਾ ਹੈ। ਪਹਿਲਾਂ ਸ਼ਰਮਨ ਕਰਨਾ ਹੈ,
फिर मनन करना है, फिर निध्यासन करना है, फिर प्रत्यक्ष हो जाएगा। एको नाम निधान पंडित, सुन सिख सच सोई। दूजै भाए जेता पढ़ै, पढ़त गुणत सदा दुख होई। दूजै पाए, परमात्मा ਦੀ ਪ੍ਰੇਮਾ ਭਗਤੀ ਨੂੰ ਛੱਡ ਕੇ ਦੂਜੇ ਪਾਏ ਮਾਇਆ ਦੇ ਪਿਆਰ ਵਿੱਚ ਖਿਮਾ ਕਰਨਾ। ਜਿਤਨੇ ਵੀ ਪਾਠ ਹੋ ਰਹੇ ਨੇ, ਜਿਤਨੇ ਵੀ ਹੋਰ ਧਰਮ ਦੇ ਕਾਰਜ ਹੋ ਰਹੇ ਨੇ, ਜੇ ਸੱਚਮੁੱਚ ਉਹ ਇਸ ਭਾਵਨਾ ਨਾਲ ਹੋਣ ਕਿ ਅਸੀਂ ਪਰਮਾਤਮਾ ਦੀ ਭਗਤੀ ਕਰਨੀ ਹੈ, ਫਿਰ ਤੇ ਆਵੇਗਾ ਆਨੰਦ। ਸਾਰਿਆਂ ਲਈ ਇੱਕੋ ਗੱਲ ਨਹੀਂ ਕਹੀ ਜਾ ਸਕਦੀ। ਕਈ ਕੀਰਤਨੀਏ, ਕਈ ਸ਼ਬਦ ਦੇ ਪਾਠ ਕਰਨ ਵਾਲੇ, ਕਈ ਵਿਚਾਰ ਕਰਨ ਵਾਲੇ ਜਦੋਂ ਜੁੜ ਕੇ ਕੀਰਤਨ ਕਰਦੇ ਨੇ, ਜੁੜ ਕੇ ਵਿਚਾਰ ਕਰਦੇ ਨੇ, ਸੁਣਨ ਵਾਲਿਆਂ ਨੂੰ ਬੜਾ ਆਨੰਦ ਆਉਂਦਾ। ਤੇ ਜਿਹੜਾ ਇਸ ਤਰ੍ਹਾਂ ਇੱਕ ਮਨ ਇੱਕ ਚਿੱਤ ਹੋ ਕੇ ਪੜ੍ਹਦਾ ਉਹਨੂੰ ਸੁੱਖ ਵੀ ਮਿਲਦਾ। ਪਰ ਜੇ ਅੰਦਰ ਭਾਵਨਾ ਹੋਰ ਹੋਵੇ ਤੇ ਪੜ੍ਹੀ ਜਾਓ ਭਾਵੇਂ ਕਿੰਨਾ ਪੜ੍ਹੀ ਜਾਓ। ਤਾਂ ਗੁਰੂ ਅਮਰਦਾਸ ਜੀ ਦਾ ਇਹ ਫਰਮਾਨ ਮੇਰੇ ਲਈ, ਤੁਹਾਡੇ ਲਈ, ਸਾਰਿਆਂ ਲਈ, ਪੰਡਤਾਂ ਲਈ, ਗਿਆਨੀਆਂ ਲਈ ਇੱਕੋ ਜਿਹਾ। ਪਹਿਲਾਂ ਤੇ ਦ੍ਰਿੜ ਕਰਨਾ ਕਿ ਏਕੋ ਨਾਮ ਨਿਧਾਨ ਪੰਡਿਤ, ਸੁਣ ਸਿੱਖ ਸੱਚ ਸੋਈ। ਦੂਜੈ ਭਾਏ ਜੇਤਾ ਪੜੈ, ਪੜਤ ਗੁਣਤ ਸਦਾ ਦੁਖ ਹੋਈ। ਜੇ ਅੰਦਰ ਹੋਰ ਭਾਵਨਾ ਲੈ ਕੇ ਮਾਇਆ ਦੇ ਕਾਰਨ ਪੜਾਂਗੇ, ਤਿਆਗੀ ਨਹੀਂ ਕਿਸੇ ਨੇ, ਪਰ ਸਾਧ ਸੰਗਤ ਉਹ ਤਾਂ ਜੋ ਪ੍ਰਾਰਬਧ ਹੈ ਆ ਹੀ ਜਾਣਾ। ਏਕੋ ਨਾਮ ਨਿਧਾਨ ਪੰਡਿਤ, ਸੁਣ ਸਿੱਖ ਸੱਚ ਸੋਈ। ਦੂਜੈ ਭਾਏ ਜੇਤਾ ਪੜੈ, ਪੜਤ ਗੁਣਤ ਸਦਾ ਦੁਖ ਹੋਈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ। ਕਿੰਨਾ ਹੀ ਪੜ੍ਹ ਲਓ। ਨਾਨਕ ਲਿਖੈ ਇੱਕ ਗੱਲ, ਹੋਰ ਹਉਮੈ ਚਖਣਾ ਝਾਕ। ਇਸ ਲਈ ਪਾਤਸ਼ਾਹ ਕਹਿੰਦੇ, ਹਰ ਚਰਣੀ ਤੂੰ ਲਾਗ ਰਹੋ, ਗੁਰ ਸ਼ਬਦ ਸੋਝੀ ਹੋਈ। ਗੁਰੂ ਸ਼ਬਦ ਦੁਆਰਾ ਤੈਨੂੰ ਇਹ ਸਮਝ ਆ ਗਿਆ। ਹਰ ਰਸ ਰਸਨਾ ਚਾਖ ਤੂੰ, ਤਾਂ ਮਨ ਨਿਰਮਲ ਹੋਈ। ਰਹਾਓ ਸਤਿਗੁਰ ਮਿਲਿਆ ਮਨ ਸੰਤੋਖੀ ਹੈ। ਸੰਤੋਖੀ ਦਾ ਮਤਲਬ ਸੰਤੋਖ ਵਿੱਚ ਆ ਜਾ। ਸਤਿਗੁਰ ਮਿਲਿਆ, ਸਤਿਗੁਰੂ ਦੇ ਮਿਲਾਪ ਕਰਕੇ ਜਦੋਂ ਇਹ ਮਨ ਵਿੱਚ ਨਿਸ਼ਚਾ ਆ ਜਾਂਦਾ ਕਿ ਪਰਮਾਤਮਾ ਨੇ ਜੋ ਮੇਰੀ ਪ੍ਰਾਰਬਧ ਵਿੱਚ ਲਿਖਿਆ ਉਹ ਮੈਨੂੰ ਜ਼ਰੂਰ ਮਿਲੇਗਾ, ਬਸ ਮਨ ਸੰਤੋਖ ਵਿੱਚ ਆ ਗਿਆ। ਮਨ ਦੀ ਭਟਕਣਾ ਮੁੱਕ ਜਾਏ। ਕਿਉਂਕਿ ਗੁਰੂ ਮਹਾਰਾਜ ਸਾਨੂੰ ਰੋਜ਼ ਸਮਝਾਉਂਦੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮੈਂ ਜੰਤ ਉਪਾਇਨ, ਤਿਨਾ ਬਿਰੋਜ਼ੀ ਦੇ। ਭਾਈ ਉਦਮ ਤੇ ਕਰੋ, ਯਤਨ ਤੇ ਕਰੋ, ਕੀਰਤਨ ਕਰੋ, ਕਥਾ ਕਰੋ, ਪਾਠ ਕਰੋ, ਪਰ ਮਨ ਵਿੱਚ ਸੰਤੋਖ ਵੀ ਆਵੇ। ਜਦੋਂ ਮਨ ਵਿੱਚ ਸੰਤੋਖ ਆ ਜਾਏ, ਸਤਿਗੁਰ ਮਿਲਿਆ ਮਨ ਸੰਤੋਖੀ ਹੈ। ਰੋਜ਼ ਪੜ੍ਹਦੇ ਹਾਂ, ਤ੍ਰਿਸ਼ਨਾ ਬੁਝੈ ਹਰ ਕੇ ਨਾਮ, ਮਹਾ ਸੰਤੋਖ ਹੋਵੇ ਗੁਰ ਬਚਨੀ। ਪ੍ਰਭ ਸਿਉ ਲਾਗੈ ਪੂਰਨ ਧਿਆਨ। ਭਾਈ ਸਾਹਿਬ ਭਾਈ ਸਮੁੰਦਰ ਸਿੰਘ ਜੀ ਪੰਥ ਦੇ ਬੜੇ ਪ੍ਰਸਿੱਧ ਕੀਰਤਨੀਏ ਹੋਏ। ਦਾਸ ਨੇ ਵੀ ਉਹਨਾਂ ਦੇ ਦਰਸ਼ਨ ਕੀਤੇ, ਉਹਨਾਂ ਕੋਲੋਂ ਕੀਰਤਨ ਵੀ ਸ਼ਰਵਣ ਕੀਤਾ। ਕਿਸੇ ਪ੍ਰੇਮੀ ਨੇ ਪੁੱਛਿਆ, ਭਾਈ ਸਾਹਿਬ ਇਹ ਜਿੰਨੀ ਕੁ ਭੇਟਾ ਤੁਹਾਨੂੰ ਸੰਗਤ ਦਿੰਦੀ ਹੈ, ਤੁਹਾਡਾ ਗੁਜ਼ਾਰਾ ਹੋ ਜਾਂਦਾ? ਕਹਿੰਦੇ ਗੁਜ਼ਾਰਾ ਤੇ ਪਰਮੇਸ਼ਵਰ ਕਰਨ ਵਾਲਾ। ਸਾਡੇ ਤੇ ਵੱਡੇ ਭਾਗ ਨੇ ਕਿ ਸਾਨੂੰ ਕੀਰਤਨ ਦੀ ਸੇਵਾ ਮਿਲੀ। ਬੜੀ ਮਨ ਨੂੰ ਪ੍ਰਸੰਨਤਾ ਹੋਈ।
ਬਈ ਇਹੋ ਜਿਹੇ ਸੰਤੁਸ਼ਟ ਕੀਰਤਨੀਏ ਜਦੋਂ ਹੋਣਗੇ, ਫਿਰ ਉਹਨਾਂ ਦੀ ਰਸਨਾ ਤੋਂ ਕੀਰਤਨ ਸੁਣ ਕੇ ਸੁਣਨ ਵਾਲਿਆਂ ਨੂੰ ਵੀ ਕਿਉਂ ਨਾ ਆਨੰਦ ਆਏ। ਤੋ ਗੁਰੂ ਮਹਾਰਾਜ ਕਹਿ ਰਹੇ ਨੇ ਸਤਿਗੁਰ ਮਿਲਿਆ ਮਨ ਸੰਤੋਖੀ ਹੈ, ਕਿਉਂਕਿ ਸਤਿਗੁਰੂ ਦੇ ਮਿਲਣ ਦੇ ਨਾਲ ਮਨ ਸੰਤੋਖ ਵਿੱਚ ਆ ਜਾਏ। ਸਤਿਗੁਰੂ ਸਾਨੂੰ ਇਹ ਸਮਝਾ ਰਹੇ ਨੇ ਕਿ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਦੇਂਦੇ ਟੋਟ ਨ ਆਵਈ, ਅਗਣਤ ਭਰੇ ਭੰਡਾਰ। ਜੇ ਉਹ ਸਾਰਿਆਂ ਨੂੰ ਦੇਵੇਗਾ ਤੇ ਮੈਨੂੰ ਕਿਉਂ ਨਹੀਂ ਦੇਵੇਗਾ। ਬਸ ਜਦੋਂ ਇਹ ਨਿਸ਼ਚਾ ਹੋ ਜਾਂਦਾ ਸਤਿਗੁਰ ਮਿਲਿਆ ਮਨ ਸੰਤੋਖੀ ਹੈ, ਤਾਂ ਫਿਰ ਤ੍ਰਿਸ਼ਨਾ ਭੂਖ ਨਾ ਹੋਏ। ਫਿਰ ਅੰਦਰ ਤ੍ਰਿਸ਼ਨਾ ਦੀ ਭੁੱਖ ਨਹੀਂ ਲੱਗਦੀ, ਫਿਰ ਸੰਤੁਸ਼ਟੀ ਹੋ ਜਾਂਦੀ, ਫਿਰ ਮਨ ਟਿਕ ਜਾਂਦਾ। ਤੇ ਨਾਮ ਨਿਧਾਨ ਪਾਇਆ, ਪਰ ਘਰ ਜਾਏ ਨਾ ਕੋਏ। ਉਹਨਾਂ ਨੂੰ ਫਿਰ ਨਾਮ ਰੂਪੀ ਖਜ਼ਾਨਾ ਮਿਲ ਜਾਂਦਾ, ਤੇ ਉਹ ਨਾਮ ਦਾ ਪੱਲਾ ਛੱਡ ਕੇ ਪਰ ਘਰ ਜਾਏ ਨਾ ਕੋਏ। ਫਿਰ ਉਹ ਕਦੇ ਕਬਰਾਂ ਤੇ ਮੱਥਾ ਨਹੀਂ ਟੇਕਦੇ, ਫਿਰ ਉਹ ਮੂਰਤੀਆਂ ਅੱਗੇ ਮੱਥਾ ਨਹੀਂ ਟੇਕਦੇ, ਫਿਰ ਤੇ ਉਹ ਇੱਕ ਅਕਾਲ ਪੁਰਖ ਦੇ ਨਾਲ ਜੁੜ ਜਾਂਦੇ। ਫਿਰ ਉਹ ਕਹਿੰਦੇ ਨੇ ਤੁਮੈ ਛਾੜ ਕੋਈ ਅਵਰ ਨ ਧਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ। ਤੁਧ ਨੂੰ ਛੋੜ ਜਾਈਏ ਪ੍ਰਭ ਕੈ ਦਰ, ਆਨ ਨਾ ਬੀਆ ਤੇਰੀ ਸਮਸਰ। ਸਤਿਗੁਰ ਮਿਲਿਆ ਮਨ ਸੰਤੋਖੀ ਹੈ, ਤਾਂ ਫਿਰ ਤ੍ਰਿਸ਼ਨਾ ਭੂਖ ਨਾ ਹੋਏ। ਨਾਮ ਨਿਧਾਨ ਪਾਇਆ, ਪਰ ਘਰ ਜਾਏ ਨਾ ਕੋਏ। ਸਾਧ ਸੰਗਤ, ਸਾਨੂੰ ਮੰਗਤਿਆਂ ਦੇ ਮੰਗਤੇ ਨਹੀਂ ਬਣਨਾ ਚਾਹੀਦਾ। ਮੈਂ ਇੱਕ ਛੋਟੀ ਜਿਹੀ ਸਾਖੀ ਪੜ੍ਹੀ ਸੀ ਕਿ ਇੱਕ ਰਾਜਾ ਜੰਗਲ ਵਿੱਚ ਗਿਆ ਸ਼ਿਕਾਰ ਖੇਡਣ, ਇਕੱਲਾ ਰਹਿ ਗਿਆ। ਕੋਈ ਨੌਕਰ ਚਾਕਰ ਨਾਲ ਨਹੀਂ, ਕਿਸੇ ਜ਼ਿਮੀਂਦਾਰ ਦੇ ਡੇਰੇ ਤੇ ਚਲਾ ਗਿਆ। ਕਈਆਂ ਨੇ ਖੇਤਾਂ ਵਿੱਚ ਆਪਣੇ ਘਰ ਬਣਾਏ ਹੁੰਦੇ। ਜ਼ਿਮੀਂਦਾਰ ਨੂੰ ਕੋਈ ਪਤਾ ਨਹੀਂ ਇਹ ਕੌਣ ਹੈ। ਉਹਨੇ ਜੀ ਆਇਆਂ ਨੂੰ ਕਹਿ ਕੇ ਮੰਜਾ ਢਾ ਦਿੱਤਾ, ਜਲ ਪਾਣੀ ਛਕਾਇਆ। ਰਾਜਾ ਬੜਾ ਖੁਸ਼ ਹੋਇਆ, ਆਖਣ ਲੱਗਾ ਭਾਈ ਮੈਂ ਦੇਸ਼ ਦਾ ਰਾਜਾ ਹਾਂ, ਕਦੇ ਤੈਨੂੰ ਕੋਈ ਲੋੜ ਪਏ ਮੇਰੇ ਕੋਲ ਆਵੀਂ। ਉਹਨੇ ਕਿਹਾ ਸਤ ਬਚਨ। ਕੁਝ ਸਮਾਂ ਪਾ ਕੇ ਉਹ ਕਿਸੇ ਕਾਰਜ ਲਈ ਪਿੰਡ ਸ਼ਹਿਰ ਗਿਆ। ਆਪਣਾ ਕੰਮ ਕਾਰ ਕਰਕੇ ਵਿਹਲਾ ਹੋਇਆ ਤੇ ਕਿਸੇ ਨੂੰ ਪੁੱਛਣ ਲੱਗਾ ਭਈ ਰਾਜੇ ਨੂੰ ਮਿਲਣਾ ਹੋਵੇ ਤੇ ਕਿੱਥੇ ਮਿਲੇਗਾ। ਉਹ ਬੰਦਾ ਰਾਜੇ ਦਾ ਨਿਕਟਵਰਤੀ ਸੀ। ਕਹਿੰਦਾ ਜੀ ਇਸ ਸਮੇਂ ਰਾਜਾ ਮਸਜਿਦ ਵਿੱਚ ਨਮਾਜ਼ ਪੜ੍ਹਨ ਗਿਆ। ਕਹਿੰਦਾ ਵੀ ਮੈਂ ਤੇ ਕਦੇ ਮਸੀਤ ਨਹੀਂ ਗਿਆ, ਨਮਾਜ਼ ਨਹੀਂ ਪੜ੍ਹਦੇ ਦੇਖੇ, ਮੈਨੂੰ ਤੂੰ ਉੱਥੇ ਛੱਡ। ਉਹ ਬੰਦਾ ਛੱਡ ਆਇਆ। ਕਹਿਣ ਲੱਗਾ ਉਹ ਦੇਖ ਰਾਜਾ ਖੜਾ ਹੈ, ਜਦੋਂ ਨਮਾਜ਼ ਤੋਂ ਵਿਹਲਾ ਹੋਵੇਗਾ ਮਿਲ ਲਵੀਂ। ਲਓ ਜੀ ਨਮਾਜ਼ ਸਮਾਪਤ ਹੋ ਗਈ। ਉਹ ਮਿਲਿਆ। ਰਾਜਾ ਤੇ ਭੁੱਲ ਗਿਆ ਸੀ। ਉਹਨੇ ਦੱਸਿਆ ਜੀ ਤੁਸੀਂ ਇੱਕ ਦਿਨ ਮੇਰੇ ਡੇਰੇ ਤੇ ਗਏ। ਕਹਿਣ ਲੱਗਾ ਆ ਫਿਰ ਦੱਸ ਕੀ ਕੰਮ ਹੈ। ਕਹਿੰਦਾ ਨਹੀਂ ਪਹਿਲਾਂ ਦੱਸੋ ਤੁਸੀਂ ਕੀ ਕਰ ਰਹੇ ਸੀ। ਕਹਿੰਦਾ ਮੈਂ ਨਮਾਜ਼ ਪੜ੍ਹ ਰਿਹਾ ਸੀ। ਕਹਿੰਦਾ ਤੁਸੀਂ ਹੱਥ ਵੀ ਜੋੜਦੇ ਸੀ, ਤੁਸੀਂ ਮੱਥਾ ਵੀ ਟੇਕਦੇ ਸੀ, ਤੁਸੀਂ ਫਿਰ ਹੱਥ ਤਲ ਟੱਡਦੇ ਸੀ, ਕੀ ਮੰਗਦੇ ਸੀ। ਕਹਿਣ ਲੱਗਾ ਮੈਂ ਖੁਦਾਵੰਦ ਕਰੀਮ ਕੋਲੋਂ ਮੰਗ ਰਿਹਾ ਸੀ ਕਿ ਮੇਰਾ ਰਾਜ ਸੁਖੀ ਵਸੇ, ਮੇਰੀ ਪ੍ਰਜਾ ਸੁਖੀ ਵਸੇ। ਉਹ ਸਧਾਰਨ ਵਿਅਕਤੀ ਦੇ ਮੂੰਹੋਂ ਨਿਕਲਿਆ ਇਹਦਾ ਮਤਲਬ ਤੁਸੀਂ ਵੀ ਮੰਗਤੇ ਹੀ ਹੁੰਦੇ ਹੋ। ਤੇ ਕਹਿੰਦਾ ਫਿਰ ਮੰਗਤਿਆਂ ਕੋਲੋਂ ਕੀ ਮੰਗਣਾ, ਮੈਂ ਵੀ ਉਸੇ ਕੋਲੋਂ ਮੰਗਾਂਗਾ। ਸਾਰੀ ਗੁਰਬਾਣੀ ਸਾਨੂੰ ਇਹ ਕਹਿ ਰਹੀ ਭਾਈ ਮੰਗਤਿਆਂ ਦੇ ਮੰਗਤੇ ਨਾ ਬਣੋ। ਸਤਿਗੁਰ ਮਿਲਿਆ ਮਨ ਸੰਤੋਖੀ ਹੈ, ਤਾਂ ਫਿਰ ਤ੍ਰਿਸ਼ਨਾ ਭੂਖ ਨਾ ਹੋਏ। ਨਾਮ ਨਿਧਾਨ ਪਾਇਆ, ਪਰ ਘਰ ਜਾਏ ਨਾ ਕੋਏ। ਫਿਰ ਉਹ ਕਿਸੇ ਦੂਜੇ ਘਰ ਨਹੀਂ ਜਾਂਦਾ। ਫਿਰ ਪਰਮਾਤਮਾ ਦਾ ਦਰ ਛੱਡ ਕੇ ਕਿਸੇ ਹੋਰ ਦਰ ਦਾ ਮੰਗਤਾ ਨਹੀਂ ਬਣਦਾ। ਫਿਰ ਤੀਜੇ ਪਦ ਵਿੱਚ ਮਹਾਰਾਜ ਨੇ ਕਥਨੀ ਬਦਨੀ ਜੇ ਕਰੇ, ਮਨਮੁਖ ਬੂਝ ਨਾ ਹੋਏ। ਪਰ ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਨੇ, ਭਾਵੇਂ ਉਹ ਮੂੰਹ ਦੇ ਨਾਲ ਕਥਨੀ ਵੀ ਕਰਦੇ ਰਹੇ, ਉਹਨਾਂ ਨੂੰ ਕਦੇ ਕੋਈ ਸਮਝ ਨਹੀਂ ਆ ਸਕਦੀ। ਗੁਰਮਤੀ ਕੱਢ ਚਾਨਣਾ,
ਹਰ ਨਾਮ ਪਾਵੈ ਸੋਏ। ਤੇ ਜਿਹੜੇ ਗੁਰੂ ਦੀ ਮੱਤ ਦੇ ਧਾਰਨੀ ਹੋ ਜਾਂਦੇ, ਉਹਨਾਂ ਦੇ ਘੱਟ ਟੈਂਕੇ ਨੂੰ ਸਿਆਰੀ, ਹਿਰਦੇ ਵਿੱਚ ਚਾਨਣ ਹੋ ਜਾਂਦਾ। ਤੇ ਜਿਨ੍ਹਾਂ ਨੂੰ ਚਾਨਣ ਹੋ ਜਾਂਦਾ ਉਹ ਫਿਰ ਹਰੀ ਨਾਮ ਦੀ ਪ੍ਰਾਪਤੀ ਕਰ ਰਹੇ। ਹੇ ਪੰਡਿਤ ਸੁਣ ਸ਼ਾਸਤਰ ਤੂੰ ਨਾ ਬੁੱਝਈ, ਤਾਂ ਫਿਰੈ ਬਾਰੋ ਬਾਹਰ। ਆਖਿਆ ਹੇ ਪੰਡਿਤ, ਤੂੰ ਸ਼ਾਸਤਰ ਪੜ੍ਹਦਾ ਹੈ, ਲੋਕਾਂ ਨੂੰ ਸੁਣਾਉਂਦਾ, ਪਰ ਤੂੰ ਆਪ ਬੁੱਝਦਾ ਨਹੀਂ। ਨਾ ਬੁੱਝਣ ਕਰਕੇ ਫਿਰ ਤੂੰ ਬਾਰੋ ਬਾਰ ਫਿਰਦਾ ਹੈ, ਭਟਕਦਾ ਹੈ, ਘਰ ਘਰ ਮੰਗਣ ਜਾਂਦਾ। ਸੋ ਮੂਰਖ ਜੋ ਆਪ ਨਾ ਪਛਾਣੀ, ਉਹ ਵੱਡਾ ਮੂਰਖ ਹੈ ਜਿਹੜਾ ਪੜ੍ਹ ਕੇ, ਸੁਣ ਕੇ, ਸੁਣਾ ਕੇ ਵੀ ਆਪਣੇ ਆਪ ਨੂੰ ਨਹੀਂ ਪਛਾਣਦਾ। ਸੱਚ ਨਾ ਧਰੇ ਪਿਆਰ, ਉਹ ਸੱਚ ਦੇ ਵਿੱਚ ਕਦੇ ਵੀ ਪਿਆਰ ਨਹੀਂ ਧਾਰਨ ਕਰਦਾ, ਬਸ ਲੋਕਾਂ ਨੂੰ ਸੁਣਾਈ ਜਾਂਦਾ। ਲਓ ਅਖੀਰ ਵਿੱਚ ਮਹਾਰਾਜ ਕਹਿੰਦੇ ਸੱਚੈ ਜਗਤ ਟਹਿ ਡਹਿ ਕਾਇਆ। ਸੱਚੈ, ਸੱਚੇ ਦੇ ਚੱਚੇ ਨੂੰ ਦੋ ਲਾਵਾਂ, ਜਿਹਦਾ ਮਤਲਬ ਹੈ ਸੱਚੇ ਨੇ ਇਹ ਜਗਤ ਨੂੰ ਆਪ ਹੀ ਡਹਿਕਾਇਆ, ਪਾ ਮਾਇਆ ਦੇ ਮੋਹ ਵਿੱਚ ਪਾਇਆ। ਕਹਿਣਾ ਕਛੂ ਨਾ ਜਾਏ, ਇਹਦੇ ਸੰਬੰਧੀ ਕੁਝ ਕਿਹਾ ਨਹੀਂ ਜਾ ਸਕਦਾ। ਇਹ ਉਸ ਪਰਮਾਤਮਾ ਦੀ ਆਪਣੀ ਮੌਜ ਹੈ। ਸੱਚੈ ਜਗਤ ਡਹਿਕਾਇਆ, ਕਹਿਣਾ ਕਛੂ ਨਾ ਜਾਏ, ਇਹਦੇ ਸੰਬੰਧੀ ਅਸੀਂ ਕੁਝ ਵੀ ਨਹੀਂ ਕਹਿ ਸਕਦੇ, ਤਥਾ ਕੁਝ ਕਿਹਾ ਹੀ ਨਹੀਂ ਜਾ ਸਕਦਾ। ਨਾਨਕ ਜੋ ਤਿਸ ਭਾਵੈ ਸੋ ਕਰੇ, ਜਿਉ ਤਿਸ ਕੀ ਰਜ਼ਾਏ। ਸਾਡਾ ਫਰਜ਼ ਹੈ ਉਹਦੀ ਰਜ਼ਾ ਵਿੱਚ ਚੱਲਣਾ, ਤੇ ਇਹ ਮੰਨਣਾ ਕਿ ਜੋ ਤਿਸ ਭਾਵੈ ਸੋ ਕਰੇ। ਇਸੇ ਲਈ ਮਹਾਰਾਜ ਕਹਿੰਦੇ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਤੋ ਪਾਵਨ ਸ਼ਬਦ ਵਿੱਚ ਮੈਨੂੰ ਤੁਹਾਨੂੰ ਸਾਰਿਆਂ ਨੂੰ ਧੰਨ ਗੁਰੂ ਅਮਰਦਾਸ ਜੀ ਸਿੱਖਿਆ ਦਿੰਦੇ, ਹਰ ਚਰਣੀ ਤੂੰ ਲਾਗ ਰਹੋ, ਗੁਰ ਸ਼ਬਦ ਸੋਝੀ ਹੋਈ, ਹਰ ਰਸ ਰਸਨਾ ਚਾਖ ਤੂੰ, ਤਾਂ ਮਨ ਨਿਰਮਲ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।